प्लस टू की हिस्टरी दे विच जो इन्होंने शब्दावली वरती है वो तो मैं थोड़े कैमरा के सामने बोल भी नहीं सकता। समाज नूं ते साडी हिस्टरी नूं तोड़ मरोड़ के धर्मां नूं अलग-अलग तरीके नाल लड़ाउण दी कोशिश हो रही है। ਜਦੋਂ ਇਹਦੇ ਤੇ ਇਤਰਾਜ਼ ਜਤਾਇਆ ਗਿਆ ਤੇ ਐਸਜੀਪੀਸੀ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਸਟੈਪ ਨਹੀਂ ਚੱਕਿਆ ਗਿਆ। ਐਜੀਪੀਸੀ ਹੈ ਉਹ ਇੱਕ ਸਿੱਧੀ ਅਕਾਲੀਆਂ ਦੀ ਇੱਕ ਇਦਾਂ ਦੇ ਨੁਮਾਇੰਦੇ ਹੈਗੇ ਜਿਹੜੇ ਨਾਨ ਪੋਲੀਟੀਕਲ ਹੁੰਦੇ ਵੀ ਪੋਲੀਟੀਕਲ ਤੇ ਆਰਐਸਐਸ ਦੇ ਅੰਦਰ ਵਿਕੀ ਹੋਈ ਹੈ ਜਿਹੜੀ ਅਕਾਲੀ ਸਰਕਾਰ। ਅਸੀਂ ਤਾਂ ਚਾਹੁੰਦੇ ਹਾਂ ਕਿ ਸਾਡੇ ਦੇਸ਼ ਦੀ ਜਿਹੜੀ ਭੁੱਖਮਰੀ ਆ ਉਹਦੇ ਵਿੱਚ ਸਭ ਨੂੰ ਲੰਗਰ ਮਿਲੇ, ਖਾਣਾ ਮਿਲੇ, ਮਕਾਨ ਮਿਲੇ, ਕੱਪੜਾ ਮਿਲੇ। ਹੈਲਥ ਵਿਵਸਥਾ ਉਹ ਸਾਡੀ ਬਹੁਤ ਬੁਰੀ ਹੈ ਸਾਡੇ ਦੇਸ਼ ਦੀ। ਸਕੂਲਾਂ ਦੀ ਕਿਤਾਬਾਂ ਦੇ ਵਿੱਚ ਸਿੱਖ ਇਤਿਹਾਸ ਦੇ ਨਾਲ ਛੇੜਛਾੜ ਕਰਨ ਅਤੇ ਜਿੰਨੇ ਵੀ ਸਿੱਖ ਇਤਿਹਾਸ ਦੀਆਂ ਕਿਤਾਬਾਂ ਨੇ ਉਸ ਦੇ ਵਿੱਚ ਜਿਹੜੀ ਸੋਧ ਕਰਾਉਣ ਦੇ ਲਈ ਪੀਐਸਈਬੀ ਦੇ ਸਾਹਮਣੇ ਬਲਦੇਵ ਸਿੰਘ ਸਿਰਸਾ ਨੇ ਧਰਨਾ ਲਾਇਆ ਹੋਇਆ, ਜਿਨ੍ਹਾਂ ਕੋਲ ਵੱਖ-ਵੱਖ ਸ਼ਖਸੀਅਤਾਂ ਨੇ ਜਿਹੜੀਆਂ ਵਿਚਰ ਰਹੀਆਂ ਨੇ, ਗੱਲਬਾਤ ਕਰ ਰਹੀਆਂ ਨੇ। ਅੱਜ ਇੱਥੇ ਕਿਸਾਨ ਅੰਦੋਲਨ ਦੇ ਵਿੱਚ ਉੱਗੇ ਸਮਾਜ ਸੇਵੀ ਅਤੇ ਆਵਾਜ਼ ਨੂੰ ਸ਼ਿਮਲਾ ਤੱਕ ਪਹੁੰਚਾਉਣ ਵਾਲੇ ਅਤੇ ਆਪਣੀ ਗ੍ਰਿਫਤਾਰੀ ਦੇਣ ਵਾਲੇ ਹਰਪ੍ਰੀਤ ਜੀ ਸਾਡੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲ ਕਰਾਂਗੇ ਤੇ ਜਾਣਾਂਗੇ ਕਿ ਬਲਦੇਵ ਸਿੰਘ ਸਿਰਸਾ ਦੇ ਨਾਲ ਅੱਜ ਉਹਨਾਂ ਦੀ ਕਿਹੜੇ ਵਿਸ਼ੇ ਤੇ ਕੀ ਗੱਲ ਹੋਈ ਹੈ। ਸਰ, ਤੁਸੀਂ ਇੱਥੇ ਅੱਜ ਪਹੁੰਚੇ ਹੋ। ਸਿਰਸਾ ਜੀ ਕਾਫੀ ਚਿਰ ਤੋਂ ਇੱਥੇ ਅਨਸ਼ਨ ਦੇ ਉੱਤੇ ਬੈਠੇ ਹੋਏ ਸੀ, ਧਰਨਾ ਲਗਾ ਰਹੇ ਸੀ। ਅੱਜ ਉਹ ਮੀਟਿੰਗ ਦੇ ਵਿੱਚ ਗਏ ਨੇ, ਤੁਹਾਡੀ ਉਹਨਾਂ ਨਾਲ ਕੀ ਗੱਲਬਾਤ ਹੋਈ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ ਦੇਖ ਲਓ ਜੀ, ਇਹ ਇੱਕ ਸਾਡੇ ਲਈ ਬੜਾ ਮੰਦਭਾਗਾ ਸਮਾਂ ਹੈ ਕਿ ਪਹਿਲਾਂ ਕਿਸਾਨੀ ਅੰਦੋਲਨ ਤੇ ਹੁਣ ਅਸੀਂ ਜੋ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪਲੱਸ ਟੂ ਦੀ ਹਿਸਟਰੀ ਦੇ ਵਿੱਚ ਜੋ ਇਹਨਾਂ ਨੇ ਸ਼ਬਦਾਵਲੀ ਵਰਤੀ ਹੈ ਉਹ ਤਾਂ ਮੈਂ ਤੁਹਾਡੇ ਕੈਮਰਾ ਦੇ ਸਾਹਮਣੇ ਬੋਲ ਵੀ ਨਹੀਂ ਸਕਦਾ। ਤੇ ਉਹਨਾਂ ਵਿੱਚ ਵਿਚਾਰਾਂ ਹੋਈਆਂ ਕਿ ਇਹਨੂੰ ਅਸੀਂ ਡਟ ਕੇ ਜਿਹੜਾ ਹੈਗਾ ਸਰਕਾਰ ਦਾ ਤੇ ਜਿਨ੍ਹਾਂ ਨੇ ਵੀ ਇਹਨੂੰ ਲਾਗੂ ਕਰਾਉਣ ਵਿੱਚ ਉਹਨਾਂ ਦੀ ਮਦਦ ਕੀਤੀ ਹੈ, ਚਾਹੇ ਉਹ ਅਕਾਲੀ ਸਰਕਾਰ ਹੈ ਚਾਹੇ ਉਹ ਕਾਂਗਰਸ ਸਰਕਾਰ ਹੈ, ਉਹਨਾਂ ਨੂੰ ਜਦੋਂ ਤੱਕ ਇਹਨਾਂ ਨੂੰ ਸਾਰੇ ਨੂੰ ਕਰੈਕਟ ਨਹੀਂ ਕੀਤਾ ਜਾਂਦਾ ਤਦ ਤੱਕ ਇਹ ਧਰਨਾ ਜਾਰੀ ਰਹੂਗਾ। ਉਹਦੇ ਲਈ ਚਾਹੇ ਸਾਨੂੰ ਕੋਈ ਲੰਬਾ ਸੰਘਰਸ਼ ਵੀ ਕਰਨਾ ਪਿਆ ਤਾਂ ਉਹਦੇ ਲਈ ਅਸੀਂ ਤਿਆਰ ਹਾਂ। ਪਰ ਮੈਂ ਇਹ ਗੱਲ ਜ਼ਰੂਰ ਕਹਿ ਦੇਣੀ ਚਾਹੁੰਦਾ ਕਿ ਸਮਾਜ ਨੂੰ ਕਿ ਜਿਵੇਂ ਸਾਡੇ ਦੇਸ਼ ਦੇ ਵਿੱਚ ਡਿਵੈਲਪਮੈਂਟ ਦੀ ਗੱਲ ਨਾ ਕਰਕੇ ਸਮਾਜ ਨੂੰ ਤੇ ਸਾਡੀ ਹਿਸਟਰੀ ਨੂੰ ਤੋੜ ਮਰੋੜ ਕੇ ਧਰਮਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਲੜਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਸਾਨੂੰ ਦੇਸ਼ ਦੁਨੀਆ ਨੂੰ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਗੱਲ ਕਿ ਅਸੀਂ ਸਰਕਾਰਾਂ ਨੂੰ ਕੋਲੋਂ ਇੱਦਾਂ ਦਾ ਹਿਸਟਰੀ ਦੇ ਵਿੱਚ ਤੋੜ ਮਰੋੜ ਚਾਹੁੰਦੇ ਹਾਂ ਜਾਂ ਅਸੀਂ ਉਹਨਾਂ ਤੋਂ ਡਿਵੈਲਪਮੈਂਟ ਚਾਹੁੰਦੇ ਹਾਂ। ਜੇ ਅਸੀਂ ਡਿਵੈਲਪਮੈਂਟ ਚਾਹੁੰਦੇ ਹਾਂ ਤਾਂ ਸਾਨੂੰ ਸਰਕਾਰਾਂ ਦੇ ਵਿਰੁੱਧ ਇਕਜੁੱਟ ਹੋ ਕੇ ਖੜੇ ਹੋਣਾ ਚਾਹੀਦਾ ਹੈ, ਕਿਉਂਕਿ ਸਰਕਾਰਾਂ ਸਾਨੂੰ ਧਰਮਾਂ ਦੇ ਨਾਮ 'ਤੇ ਇੱਦਾਂ ਦੀਆਂ ਜਿਹੜੀਆਂ ਘਟੀਆਂ ਹਰਕਤਾਂ ਕਰਕੇ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਿਜ਼ੀ ਕਰਨਾ ਚਾਹੁੰਦੀਆਂ ਕਿਉਂਕਿ ਅਸੀਂ ਡਿਵੈਲਪਮੈਂਟ ਦੀ ਗੱਲ ਨਾ ਕਰੀਏ। ਹਰਪ੍ਰੀਤ ਜੀ, ਤੁਸੀਂ ਵੀ ਯੂਥ ਹੋ, ਹੈ ਨਾ, ਯੰਗ ਬਲੱਡ ਹੋ ਤੇ ਯੂਥ ਦਾ ਚਿਹਰਾ ਵੀ ਹੋ, ਤੇ ਇਹਦੇ ਤੁਸੀਂ ਕਿਵੇਂ ਦੇਖਦੇ ਹੋ ਕਿ ਇਸ ਤਰ੍ਹਾਂ ਜਿਵੇਂ ਸਾਡੀ ਕਿਤਾਬਾਂ ਦੇ ਵਿੱਚ ਜੋ ਇਤਿਹਾਸ ਹੈ ਉਹ ਇਸ ਤਰ੍ਹਾਂ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ, ਉਹਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ, ਫਿਰ ਯੰਗ ਮਨਾਂ ਦੇ ਉੱਤੇ, ਨੌਜਵਾਨਾਂ ਦੇ ਮਨਾਂ ਦੇ ਉੱਤੇ ਕਿਸ ਤਰ੍ਹਾਂ ਦੀ ਜਿਹੜੀ ਛਾਪ ਹੈ ਇਹ ਛੱਡੇਗਾ ਤੇ ਕਿਸ ਤਰ੍ਹਾਂ ਦਾ ਸਾਡੇ ਸਿੱਖੀ ਨੂੰ ਜਾਂ ਮਨੁੱਖਤਾ ਨੂੰ ਇਹ ਘਾਣ ਲਾਊਗਾ? ਦੇਖੋ, ਮੈਂ ਜੋ ਇਹਦੇ ਵਿੱਚ ਸਿੰਪਲ ਸੋਚਦਾ ਉਹ ਇਹ ਹੈ ਕਿ ਸਰਕਾਰਾਂ ਕਿਸੇ ਨਾ ਕਿਸੇ ਤਰੀਕੇ ਸਾਡੇ ਜਿਹੜੇ ਸਿੱਖਾਂ ਨੂੰ ਡੀਫੇਮ ਕਰਨਾ ਚਾਹੁੰਦੀਆਂ, ਕਿਉਂਕਿ ਆਜ਼ਾਦੀ ਵੀ ਸਿੱਖਾਂ ਨੇ ਲੈ ਕੇ ਦਿੱਤੀ, ਆਪਾਂ ਸਾਰੇ ਜਾਣਦੇ ਹਾਂ। ਚਾਹੇ ਉਹ ਕਾਲੇ ਪਾਣੀ ਦੀਆਂ ਸਜ਼ਾਵਾਂ ਸੀਗੀਆਂ, ਚਾਹੇ ਹੋਰ ਫਾਂਸੀਆਂ ਹੋਈਆਂ, ਉਹਦੇ ਵਿੱਚ 80 ਤੋਂ ਅਬਵ ਸਾਡੀਆਂ ਸ਼ਹਾਦਤਾਂ ਸੀਗੀਆਂ। ਦੇਸ਼ ਆਜ਼ਾਦ ਹੋਇਆ ਤੇ ਅੱਜ ਜਿਹੜਾ ਇਹ ਸਾਡੇ ਦੇਸ਼ ਦੇ ਹੁਕਮਰਾਨ ਬੈਠੇ ਨੇ, ਜਦੋਂ ਦੀ ਬੀਜੇਪੀ ਸਰਕਾਰ ਆਈ ਹੈ, ਆਪਾਂ ਸਾਰੇ ਜਾਣਦੇ ਹਾਂ ਕਿ ਮੌਬ ਲਿੰਚਿੰਗ ਤੇ ਇੱਦਾਂ ਦੇ ਇਤਿਹਾਸ ਦੇ ਨਾਲ ਛੇੜਛਾੜ, ਧਰਮਾਂ ਦੇ ਨਾਂ 'ਤੇ ਰੂਟਸ ਹੋ ਰਹੇ ਨੇ। ਇਹ ਇੱਕ ਬੜੀਆਂ ਸਾਡੇ ਵਾਸਤੇ, ਯੂਥ ਵਾਸਤੇ ਇੱਕ ਸੋਚਣ ਦਾ ਵਿਸ਼ਾ ਹੈ ਕਿ ਅਸੀਂ ਕੀ ਚਾਹੁੰਦੇ ਹਾਂ। ਅਸੀਂ ਤਾਂ ਚਾਹੁੰਦੇ ਹਾਂ ਕਿ ਸਾਡੇ ਦੇਸ਼ ਦੀ ਜਿਹੜੀ ਭੁੱਖਮਰੀ ਆ ਉਹਦੇ ਵਿੱਚ ਸਭ ਨੂੰ ਲੰਗਰ ਮਿਲੇ, ਖਾਣਾ ਮਿਲੇ, ਮਕਾਨ ਮਿਲੇ, ਕੱਪੜਾ ਮਿਲੇ ਤੇ ਜਿਹੜੀ ਹੈਗੀ ਆ ਹੌਸਪੀਟਲ ਹੋਣ, ਜਿਹੜੀ ਸਾਨੂੰ ਹੈਲਥ ਵਿਵਸਥਾ ਉਹ ਸਾਡੀ ਬਹੁਤ ਬੁਰੀ ਹੈ ਸਾਡੇ ਦੇਸ਼ ਦੀ। ਸਾਡੇ ਦੇਸ਼ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਜ਼ਿਆਦਾ ਵੱਧ ਤੋਂ ਬੱਤਰ ਹੋ ਚੁੱਕੇ ਨੇ। ਸਰਕਾਰਾਂ ਦਾ ਉਹਦੇ ਵੱਲ ਧਿਆਨ ਕੋਈ ਨਹੀਂ, ਇਹ ਯੂਥ ਚੰਗੀ ਭਲੀ ਭਾਂਤੀ ਜਾਣਦਾ ਹੈ, ਪਰ ਫਿਰ ਵੀ ਇਹ ਸਰਕਾਰਾਂ ਬੇਸ਼ਰਮ ਹੋ ਚੁੱਕੀਆਂ ਨੇ। ਪਰ ਇਹਨਾਂ ਨੂੰ ਯਾਦ ਕਰਾਉਣ ਲਈ ਜਿਹੜੇ ਹੈਗੇ ਨੇ ਸਾਡੇ ਜਿਹੜੇ ਸਮਾਜ ਦੇ ਲੋਕ ਨੇ ਉਹ ਬਿਲਕੁਲ ਇਹ ਜਾਗਰੂਕ ਨੇ, ਇਕਜੁੱਟ ਨੇ। ਤਾਂ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਕਿ ਇਹ ਜਿਹੜੀਆਂ ਸਰਕਾਰਾਂ ਇੱਦਾਂ ਦੀ ਹਰਕਤਾਂ ਕਰ ਰਹੀਆਂ ਨੇ, ਇਹਨਾਂ ਨੂੰ ਜਿਹੜਾ ਹੈਗਾ ਸਬਕ ਜ਼ਰੂਰ ਸਿਖਾਉਣਗੇ ਲੋਕ। ਦੇਖਿਆ ਜਾ ਰਿਹਾ ਹੈ ਕਿ ਸਿੱਖੀ ਇਤਿਹਾਸ ਨਾਲ ਜੁੜੀਆਂ ਜਿੰਨੀਆਂ ਵੀ ਕਿਤਾਬਾਂ ਨੇ ਉਹ ਪ੍ਰੂਫ ਰੀਡਿੰਗ ਵੀ ਹੁੰਦੀਆਂ ਹੋਣਗੀਆਂ, ਲਿਖੀਆਂ ਜਿਨ੍ਹਾਂ ਕੋਲੋਂ ਜਾਂਦੀਆਂ ਨੇ, ਸਾਰੇ ਕੋਲ ਪੜ੍ਹੀਆਂ ਵੀ ਜਾਂਦੀਆਂ ਹੋਣਗੀਆਂ। ਜਦੋਂ ਇਹਦੇ 'ਤੇ ਇਤਰਾਜ਼ ਜਤਾਇਆ ਗਿਆ ਤਾਂ ਐਸਜੀਪੀਸੀ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਸਟੈਪ ਨਹੀਂ ਚੱਕਿਆ ਗਿਆ, ਕਿਵੇਂ ਦੇਖਦੇ ਹੋ? ਦੇਖੋ, ਮੈਂ ਇਹ ਜਾਣਦਾ ਕਿ ਜਿਹੜੀ ਐਜੀਪੀਸੀ ਹੈ ਉਹ ਇੱਕ ਸਿੱਧੀ ਅਕਾਲੀਆਂ ਦੀ ਇੱਕ ਇੱਦਾਂ ਦੇ ਨੁਮਾਇੰਦੇ ਹੈਗੇ ਜਿਹੜੇ ਨਾਨ ਪੋਲੀਟੀਕਲ ਹੁੰਦੇ ਵੀ ਪੋਲੀਟੀਕਲ ਨੇ, ਆਪਾਂ ਸਾਰੇ ਜਾਣਦੇ ਹਾਂ। ਤੇ ਆਰਐਸਐਸ ਦੇ ਅੰਦਰ ਵਿਕੀ ਹੋਈ ਹੈ ਜਿਹੜੀ ਅਕਾਲੀ ਸਰਕਾਰ। ਇਹਦੇ ਵਿੱਚ ਮੈਨੂੰ ਕੋਈ ਕਹਿਣ 'ਚ ਅਤਕਤਨੀ ਨਹੀਂ ਹੈ, ਕੋਈ ਦੋ ਰਾਏ ਨਹੀਂ ਹੈ।
ਤਾਂ ਉਹ ਇਹਨਾਂ ਨੂੰ ਜਿੱਦਾਂ ਮਰਜ਼ੀ ਮੈਨੂਪਲੇਟ ਕਰ ਲੈਂਦੇ ਜੀ। ਆਰਐਸਐਸ ਵਾਲੇ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਟਾਈਮ ਪੂਰੇ ਦੇਸ਼ ਦੇ ਵਿੱਚ ਜਿਹੜਾ ਬੋਲਬਾਲਾ ਉਹ ਆਰਐਸਐਸ ਦਾ ਹੈ, ਤੇ ਇਹ ਸ਼ਾਇਦ ਉਹਦਾ ਹੀ ਇੱਕ ਹਿੱਸਾ ਹੈ ਜਿਹੜਾ ਜਿਹਦੇ ਲਈ ਆਪਾਂ ਇੱਕ ਧਰਨਾ ਦੇ ਰਹੇ ਹਾਂ। ਇਹ ਉਹਦੇ ਵਿੱਚੋਂ ਆਰਐਸਐਸ ਦੇ ਵਿੱਚੋਂ ਹੀ ਨਿਕਲੀਆਂ ਹੋਈਆਂ ਇਹ ਗਲਤੀਆਂ ਨੇ, ਕਿਉਂਕਿ ਆਪਾਂ 328 ਜਿਹੜੇ ਸਾਡੇ ਸਰੂਪ ਹੈ ਉਹ ਚੋਰੀ ਹੋ ਗਏ ਆ। ਉਹ ਆਪਾਂ ਸਾਰੇ ਜਾਣਦੇ ਹਾਂ ਕਿ ਉਹ ਨਾਗਪੁਰ ਗਏ ਆ, ਉਹ ਕਿਤੇ ਹੋਰ ਨਹੀਂ ਗਏ। ਪਰ ਸਵਾਲ ਇਹ ਹੈ ਕਿ ਆਪਾਂ ਫਿਰ ਇਹਨਾਂ ਨੂੰ ਵੋਟਾਂ ਪਾ ਕੇ ਇਲੈਕਟ ਕਰਦੇ ਹਾਂ, ਆਪਾਂ ਫਿਰ ਇਹਨਾਂ ਪਿੱਛੇ ਨਾਅਰੇ ਲਾਉਣੇ ਆ। ਇਹ ਸਾਨੂੰ ਛੱਡਣੇ ਪੈਣਗੇ ਜੇ ਆਪਾਂ ਆਪਦੇ ਬੱਚਿਆਂ ਦਾ ਚੰਗਾ ਭਵਿੱਖ ਚਾਹੁੰਦੇ ਆ। ਨਹੀਂ ਤਾਂ ਫਿਰ ਸਾਡੇ ਬੱਚਿਆਂ ਨੂੰ ਹੀ ਪੜ੍ਹਾਇਆ ਜਾਏਗਾ ਕਿ ਇਹ ਸਾਡੇ ਗੁਰੂ ਸੀ, ਇਹ ਕਿ ਕੋਈ ਚੋਰੀਆਂ ਕਰਦੇ ਸੀ ਜਾਂ ਕੋਈ ਕਿਸੇ ਨਾਲ ਅਤਿਆਚਾਰ ਕਰਦੇ ਸੀ, ਜਦ ਕਿ ਮਨੁੱਖਤਾ ਦੀ ਸੇਵਾ ਲਈ ਸਾਡਾ ਜਿਹੜਾ ਪੰਜਾਬ ਹੈ ਗੁਰੂਆਂ ਦੇ ਨਾਮ ਤੇ ਜਾਣਿਆ ਜਾਂਦਾ ਹੈ। ਆਪਾਂ ਪੰਜਾਬ ਨੂੰ ਕਹਿੰਦੇ ਆ ਕਿ ਪੰਜਾਬ ਜਿਹੜਾ ਹੈਗਾ ਉਹ ਗੁਰੂਆਂ ਦੀ ਜਿਹੜੀਆਂ ਸ਼ਕਤੀਆਂ ਸਾਨੂੰ ਜਿਹੜੀਆਂ ਇਨਸਪੀਰੇਸ਼ਨ ਦਿੰਦੀਆਂ ਮਨੁੱਖਤਾ ਦੀ ਸੇਵਾ ਕਰਨ ਲਈ, ਜਾਂ ਅਸੀਂ ਅੱਜ ਤੱਕ ਕੁਰਬਾਨੀਆਂ ਕੀਤੀਆਂ ਉਹ ਗੁਰੂਆਂ ਦੇ ਓਟ ਆਸਰੇ ਨਾਲ ਹੀ ਕੀਤੀਆਂ। ਤੇ ਜੇ ਅਗਰ ਉਹਨਾਂ ਨਾਲ ਹੀ ਇਦਾਂ ਦਾ ਵਿਵਹਾਰ ਹੋ ਰਿਹਾ ਤਾਂ ਫਿਰ ਸਾਡੇ ਵਾਸਤੇ ਇੱਕ ਡੁੱਬ ਮਰਨ ਵਾਲੀ ਗੱਲ ਹੈ ਜੇ ਅਗਰ ਅਸੀਂ ਨਾ ਅੱਜ ਉੱਠੇ ਤਾਂ। ਹਰਪ੍ਰੀਤ ਜੀ, ਅਖੀਰੀ ਸਵਾਲ ਮੈਂ ਲਵਾਂਗੀ, ਬਲਦੇਵ ਜੀ ਹੋਰਾਂ ਨਾਲ ਤੁਹਾਡੀ ਅੱਗੇ ਦੀ ਰਣਨੀਤੀ ਤੇ ਕੀ ਚਰਚਾ ਹੋਈ ਹੈ? ਜੇਕਰ ਅੱਜ ਦੀ ਮੀਟਿੰਗ ਜਿਹੜੀ ਸਕਸੈਸਫੁਲ ਨਹੀਂ ਰਹਿੰਦੀ ਤਾਂ ਫਿਰ ਅੱਗੇ ਕਿਸ ਤਰ੍ਹਾਂ ਦੀ ਰਣਨੀਤੀ ਅਪਣਾਈ ਜਾਊਗੀ? ਦੇਖੋ ਜੀ, ਬੜੀ ਸਾਫ਼ ਹੈ। ਜਿੱਦਾਂ ਹੀ ਪਹਿਲਾਂ ਸਾਡੇ ਗੁਰੂਆਂ ਨੇ ਸਾਨੂੰ ਅਨਿਆਂ ਦੇ ਖਿਲਾਫ ਲੜਨ ਲਈ ਸਿਖਾਇਆ ਹੈ, ਬਿਲਕੁਲ ਇੱਥੇ ਬੈਠੇ ਰਹਾਂਗੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ। ਸ਼ਾਂਤਮਈ ਅੰਦੋਲਨ ਹੈ, ਇਹਦੇ ਨਾਲ ਅਸੀਂ ਕਾਨੂੰਨੀ ਤਰੀਕੇ ਨਾਲ ਜਾਂ ਇੱਕ ਸ਼ਾਂਤਮਈ ਤਰੀਕੇ ਨਾਲ ਜਿੱਦਾਂ ਵੀ ਇੱਕ ਸਰਕਾਰ ਨੂੰ ਇਹਦੇ ਨੂੰ ਠੀਕ ਕਰਾਉਣ ਲਈ ਪ੍ਰੈਸ਼ਰ ਬਣਾਇਆ ਜਾ ਸਕਦਾ ਉਹਦੇ ਲਈ ਅਸੀਂ ਪਾਵਾਂਗੇ। ਤੁਸੀਂ ਦੇਖ ਲਓ ਵੱਡੀ ਤਾਦਾਦ ਵਿੱਚ ਇੱਥੇ ਲੋਕ ਆ ਰਹੇ ਹਨ। ਬਿਲਕੁਲ ਧਰਨਾ ਜਾਰੀ ਰਹੇਗਾ ਜਦ ਤੱਕ ਇਸ ਲਿਟਰੇਚਰ ਨੂੰ ਠੀਕ ਨਹੀਂ ਕੀਤਾ ਜਾਂਦਾ। ਇਸ ਸਨ ਸਾਡੇ ਨਾਲ ਉੱਘੇ ਸਮਾਜ ਸੇਵੀ ਹਰਪ੍ਰੀਤ ਜੀ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਹਾਲੇ ਤੱਕ ਗੱਲਬਾਤ ਹੈ ਜਿਹੜੀ ਸਰਕਾਰ ਨਾਲ ਚੱਲ ਰਹੀ ਹੈ। ਜੇਕਰ ਸਰਕਾਰ ਨਹੀਂ ਮੰਨਦੀ, ਇਹ ਸਾਰੀਆਂ ਸੋਧਾਂ ਨਹੀਂ ਕੀਤੀਆਂ ਜਾਂਦੀਆਂ ਤੇ ਧਰਨਾ ਜਿਹੜਾ ਹੈ ਇਸੇ ਤਰ੍ਹਾਂ ਜਾਰੀ ਰਹੇਗਾ। ਵੀਡੀਓ ਜਰਨਲਿਸਟ ਪ੍ਰਦੀਪ ਦੇ ਨਾਲ ਸਕਰੋਲ ਪੰਜਾਬ ਦੇ ਲਈ ਮੈਂ ਹਰਸਿਮਰਤ ਪੌਲ, ਮੋਹਾਲੀ।